ਸਾਡੀ ਲੜਾਈ ਕੀ ਸੀ ਕਿ ਪ੍ਰਾਈਵੇਟ ਮੰਡੀ ਨਹੀਂ ਚਾਹੀਦੀ। ਸਰਕਾਰੀ ਮੰਡੀ ਜੋ ਪ੍ਰਾਈਵੇਟ ਬੰਦਾ ਮਾਲ ਖਰੀਦੇ, ਸਰਕਾਰ ਮਾਲ ਖਰੀਦੇ, ਜੋ ਖਰੀਦਣਾ ਚਾਹੁੰਦਾ ਖਰੀਦੇ। ਅਗਰ ਪ੍ਰਾਈਵੇਟ ਮੰਡੀ ਦੇ ਵਿੱਚ ਆ ਕੇ ਕੋਈ ਇਸ ਤਰ੍ਹਾਂ ਮੰਡੀ ਬਣਾ ਕੇ ਮਾਲ ਖਰੀਦੇਗਾ ਤਾਂ ਜਿਹੜੀਆਂ ਸਾਡੀਆਂ ਸਰਕਾਰੀ ਮੰਡੀਆਂ ਉਹਨਾਂ ਦੇ ਵਿੱਚ ਬਹੁਤ ਵੱਡਾ ਮਤਲਬ ਸਾਡੇ ਲਈ ਨੁਕਸਾਨਦਾਇਕ ਹੋਏਗਾ, ਕਿਉਂਕਿ ਮੰਡੀਆਂ ਖਤਮ ਹੋ ਜਾਣਗੀਆਂ। ਲੇਬਰ ਆ ਵਿਚਾਰੀ ਜਿਹੜੀ ਉਹਨਾਂ ਮੰਡੀਆਂ 'ਚ ਬੈਠੀ ਹੈ, ਉਹ ਲੇਬਰ ਦਾ ਕੰਮ ਨਹੀਂ ਮਿਲਣਾ। ਪੰਜਾਬ ਗੌਰਮੈਂਟ ਤੋਂ ਅਸੀਂ ਮੰਗ ਕਰਾਂਗੇ ਕਿ ਇਸ ਗੱਲ ਨੂੰ ਤੁਰੰਤ ਬੰਦ ਕਰਨ, ਮਾਲ ਖਰੀਦਣ ਕਿਸਾਨਾਂ ਦਾ ਮੰਡੀਆਂ ਦੇ ਵਿੱਚੋਂ, ਔਰ ਇੱਥੇ ਲੁਹਾੜਨ ਕੋਈ ਦਿੱਕਤ ਨਹੀਂ ਹੈ, ਕੋਈ ਡਿੱਕਾ ਨਹੀਂ ਸਾਨੂੰ। ਲੇਕਿਨ ਇਹਨੂੰ ਮੰਡੀ ਘੋਸ਼ਿਤ ਕਰ ਦੇਣਾ, ਮੰਡੀ ਨੋਟੀਫਾਈ ਕਰ ਦੇਣਾ, ਇਹ ਕਿਤੇ ਨਾ ਕਿਤੇ ਉਸ ਕਾਨੂੰਨ ਨੂੰ ਲਾਗੂ ਕਰਨਾ ਜਿਹਦਾ ਅਸੀਂ ਡਰ ਕੇ ਵਿਰੋਧ ਕਰਦੇ ਹਾਂ। ਅਗਰ ਨਹੀਂ ਤਾਂ ਫਿਰ ਜੇ ਸਾਨੂੰ ਲੋੜ ਪਈ ਤਾਂ ਇਹਨੂੰ ਬੰਦ ਕਰਨਾ ਚਾਹੀਦਾ, ਬੰਦ ਕਰਨਾ। ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਛੋਟਾ ਆਰਾਮ ਹੈ, ਇਹ ਛੋਟਾ ਸੁੱਖ ਹੈ, ਜਿਹਦੇ ਪਾਸੇ ਪਿੱਛੇ ਲੱਗ ਕੇ ਤੁਸੀਂ ਇੱਕ ਵੱਡਾ ਸੁੱਖ ਆਪਦਾ ਗਵਾ ਰਹੇ ਹੋ। ਅਗਰ ਮੰਡੀਆਂ ਗਵਾਚ ਗਈਆਂ ਤਾਂ ਬਰਬਾਦ ਹੋ ਜਾਣਗੇ। ਇਸ ਕਰਕੇ ਕੋਈ ਸੁੱਖ ਨਹੀਂ ਹੈ। ਲੜੋ ਤਕੜੇ ਹੋ ਕੇ, ਸੜਕਾਂ 'ਤੇ ਆਈਏ। ਅਗਰ ਤੁਹਾਡੀ ਮੰਡੀ ਦੇ ਵਿੱਚ ਫਸਲ ਰੁਲਦੀ ਹੈ, ਨਹੀਂ ਖਰੀਦੀ ਜਾਂਦੀ, ਅਸੀਂ ਵੀ ਤੁਹਾਡੇ ਨਾਲ ਆ ਯਾਰ। ਬੈਠੋ ਸੜਕਾਂ 'ਤੇ, ਸੜਕਾਂ ਰੋਕਾਂਗੇ ਔਰ ਤੁਹਾਡੇ ਦਾਣਾ ਦਾਣਾ ਮੁਕਾਵਾਂਗੇ। ਉਸ ਗੱਲ ਲਈ ਅਸੀਂ ਤੁਹਾਡੇ ਨਾਲ ਕਰਾਂਗੇ। ਆ ਜਿਹੜਾ ਪ੍ਰਾਈਵੇਟ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਨੇ, ਸ਼ਰਾਬ ਦਾ ਠੇਕਾ ਦਿੱਤਾ ਜਾਂਦਾ ਹੈ, ਟਰਾਂਸਪੋਰਟ ਮਾਫੀਆ ਬਣ ਗਿਆ, ਰੇਤ ਮਾਫੀਆ ਬਣ ਗਿਆ। ਅਗਰ ਇਹ ਸਾਰੇ ਕੁਝ 'ਤੇ ਕੰਟਰੋਲ ਕਰ ਲਿਆ ਜਾਏ ਤਾਂ ਮੈਂ ਦਾਅਵੇ ਨਾਲ ਗੱਲ ਕਰਦਾ, ਸਾਲ ਡੇਢ ਸਾਲ ਦੇ ਵਿੱਚ ਪੰਜਾਬ ਕਰਜ਼ਾ ਮੁਕਤ ਹੋ ਸਕਦਾ। ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਸੀਗੇ ਵੀ ਸਰਕਾਰ 3 ਕਾਨੂੰਨਾਂ ਦੇ ਉੱਤੇ ਸੋਧਾਂ ਕਰਨ ਨੂੰ ਮੰਨ ਗਈ ਹੈ, ਤੁਸੀਂ ਸੋਧਾਂ 'ਤੇ ਮੰਨ ਗਏ। ਅਸੀਂ ਸੋਧਾਂ 'ਤੇ ਇਸ ਕਰਕੇ ਨਹੀਂ ਮੰਨੇ ਸੀ ਭਰਾਵੋ ਕਿ ਕਿਤੇ ਨਾ ਕਿਤੇ ਅਗਰ ਡੱਬਾ ਰਹਿ ਗਿਆ ਤਾਂ ਮੰਡੀ ਬਣੇਗੀ। ਅੱਜ ਉਹ ਮੰਡੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ, ਤਾਂ ਤੁਸੀਂ ਬਚੋ। ਇਹ ਬੈਕ ਡੋਰ ਤੋਂ ਤੁਹਾਨੂੰ ਮਾਰਨ ਦੀਆਂ ਨੋਟਬੰਦੀਆਂ ਬਣ ਰਹੀਆਂ, ਇਸ ਲਈ ਤੁਸੀਂ ਬਚੋ। ਸਾਰੇ ਕਿਸਾਨਾਂ ਨੂੰ ਸਾਡੀ ਅਪੀਲ ਹੈ, ਕੋਈ ਵੀ ਕਿਸਾਨ ਇੱਥੇ ਅਡਾਨੀਆਂ ਅਬਾਨੀਆਂ ਦੀ ਸਿੱਧੀ ਫਸਲ ਨਾ ਵੇਚੇ, ਆਪਦੀ ਫਸਲ ਮੰਡੀ ਦੇ ਵਿੱਚ ਲੈ ਕੇ ਚੱਲੋ। ਮੰਡੀ 'ਚੋਂ ਜਿਹੜਾ ਮਰਜ਼ੀ ਖਰੀਦੇ, ਅਡਾਨੀ ਖਰੀਦਣ, ਅਬਾਨੀ ਖਰੀਦਣ, ਕੋਈ ਹੋਰ ਚੀਜ਼ਾਂ ਖਰੀਦੇ, ਸਾਨੂੰ ਕੀ ਦਿੱਕਤ ਹੈ। ਲੇਕਿਨ ਇੱਥੇ ਮੰਡੀ ਸਿੱਧੀ ਇਹਨਾਂ ਦੀ ਇਸ ਮੰਡੀ 'ਚ ਲਿਆਉਣਾ, ਆਪਣੀ ਆਪ ਦੀ ਸਰਕਾਰੀ ਮੰਡੀ ਨੂੰ ਸਮਝੋ ਖੁਦ ਆਪਣੇ ਪੈਰ ਪਹਾੜਾ ਆਪ ਮਾਰਦਾ ਨਹੀਂ। ਜਿਹੜੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਲੜਾਈ ਲੜ ਕੇ ਆਈ ਨੇ, ਅਜੋਹੀ ਕਾਨੂੰਨ ਕਿਤੇ ਨਾ ਕਿਤੇ ਅੰਦਰੋਂ ਅੰਦਰੀ ਪ੍ਰਾਈਵੇਟ ਕੰਪਨੀਆਂ ਖੁਦ ਲਾਗੂ ਕਰਦੀਆਂ ਨਜ਼ਰ ਆ ਰਹੀਆਂ। ਦਰਅਸਲ ਮਾਮਲਾ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੀ ਲੜਾਈ ਇਸ ਗੱਲ ਤੇ ਸੀ ਕਿ ਉਹ ਆਪਣੀ ਫਸਲ ਪ੍ਰਾਈਵੇਟ ਏਜੰਸੀਆਂ ਨੂੰ ਨਹੀਂ ਬਲਕਿ ਸਰਕਾਰੀ ਏਜੰਸੀਆਂ ਨੂੰ ਵੇਚਣਗੇ। ਪਰ ਹੁਣ ਹਾਲਾਤ ਇਸ ਕਦਰ ਹੋ ਗਏ ਨੇ ਕਿ ਪ੍ਰਾਈਵੇਟ ਮੰਡੀਆਂ ਦੇ ਵਿੱਚ ਕਿਸਾਨਾਂ ਨੇ ਆਪਣੀਆਂ ਫਸਲਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਮੁੱਦਾ ਲਗਭਗ ਹਰ ਜਗ੍ਹਾ ਗਰਮਾਉਂਦਾ ਜਾ ਰਿਹਾ ਹੈ। ਦੱਸ ਦਈਏ ਕਿ ਸਰਕਾਰੀ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਨਾ ਹੋਣ ਦੇ ਚਲਦਿਆਂ ਅਤੇ ਕਿਸਾਨਾਂ ਵੱਲੋਂ ਆਪਣਾ ਲਾਭ ਵੇਖਦੇ ਹੋਏ ਆਪਣੀ ਕਣਕ ਅਡਾਨੀਆਂ ਦੀ ਕੰਪਨੀ ਨੂੰ ਵੇਚੀ ਜਾ ਰਹੀ ਹੈ, ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਅਡਾਨੀਆਂ ਕੋਲ ਫਸਲ ਵੇਚਣੀ ਬਹੁਤ ਗਲਤ ਹੈ। ਅਤੇ ਇਸ ਮੁੱਦੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੋਗਾ ਵਿਖੇ ਪਹੁੰਚ ਕੇ ਅਡਾਨੀਆਂ ਦੀ ਪ੍ਰਾਈਵੇਟ ਕੰਪਨੀ ਦੇ ਬਾਹਰ ਧਰਨਾ ਲਗਾਇਆ ਗਿਆ ਅਤੇ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਅਡਾਨੀਆਂ ਦੇ ਕੋਲ ਆਪਣੀ ਫਸਲ ਨਾ ਵੇਚਣ। ਤੋਂ ਸਾਡਾ ਇੱਥੇ ਪਹੁੰਚਣ ਦਾ ਅੱਜ ਪਰਪਸ ਇਹ ਹੈ ਕਿ ਪਰਸੋਂ ਕੁਝ ਕਾਰਨਾਂ ਕਰਕੇ ਮੈਂ ਰੁਕ ਨਹੀਂ ਸਕਿਆਗਾ। ਮੈਨੂੰ ਜਾਣਾ ਤੇ ਅੱਜ ਪੈ ਰਿਹਾ ਸੀਗਾ ਗੁਰਦਾਸਪੁਰ। ਮੈਂ ਲੰਘ ਕੇ ਗਿਆ ਸੀ ਇੱਥੋਂ ਦੀ, ਉਹ ਇੱਕ ਵੀਡੀਓ ਵੀ ਮਤਲਬ ਪਾ ਕੇ ਗਿਆ ਸੀ ਮੈਂ, ਤੇ ਉਹ ਤੁਹਾਡੀ ਸਾਰੇ ਪੱਤਰਕਾਰਾਂ ਨੇ ਬੜਾ ਉਹਨੂੰ ਹੁੰਗਾਰਾ ਦਿੱਤਾ, ਸਾਰਿਆਂ ਨੇ ਚੱਕਿਆ ਔਰ ਉਹਦੀ ਇੱਕ ਮਤਲਬ ਹਵਾ ਵੀ ਬਣੀ ਹੈ। ਧੰਨਵਾਦ ਤੁਹਾਡਾ ਸਾਰਿਆਂ ਦਾ। ਅੱਜ ਮੇਰਾ ਇੱਥੇ ਆਉਣ ਦਾ ਮੇਨ ਪਰਪਸ ਇਹ ਹੈ ਕਿ ਜਿਹੜੀਆਂ ਗੱਲਾਂ ਮੈਂ ਕੱਢੀਆਂ ਨੇ ਮੇਰੇ ਸਾਹਮਣੇ ਆਈਆਂ, ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਲੋਕ ਨੇ ਜਿਹੜੇ ਵੀ ਪੱਤਰਕਾਰਾਂ ਨਾਲ ਜਿਹੜੇ ਸਵਾਲ ਜਵਾਬ ਹੋ ਰਹੇ ਸੀ, ਉਹਨਾਂ ਗੱਲਾਂ ਬਾਤਾਂ ਤੋਂ ਨਿਕਲ ਕੇ ਆ ਰਿਹਾ ਸੀ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਨੇ। ਲੋਕ ਵਿਚਾਰੇ ਭੋਲੇ ਭਾਲੇ ਨੇ, ਲੋਕ ਅਣਜਾਣ ਨੇ, ਲੋਕ ਮਾਯੂਸ ਜਿਹੇ ਨਜ਼ਰ ਆਏ। ਉਹਨਾਂ ਲੋਕਾਂ ਦੀ ਮਾਯੂਸੀ ਦੂਰ ਕਰਨ ਲਈ ਸਾਡਾ ਪੂਰੀ ਦੀ ਪੂਰੀ ਜਥੇਬੰਦੀ ਪਿੰਡਾਂ ਦੇ ਵਿੱਚ ਝੰਡਾ ਮਾਰਚ ਕਰ ਰਹੀ ਹੈ। ਲੋਕਾਂ ਨੂੰ ਜਾਗਰੂਕ ਕਰਾਂਗੇ। ਔਰ ਜਿਹੜਾ ਇੱਥੋਂ ਦਾ ਸਾਨੂੰ ਪਤਾ ਲੱਗਿਆ ਹੈ ਕਿ ਇਹ ਸਾਈਲੋ ਨੂੰ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਜੀ FCI ਮਾਲ ਖਰੀਦਦੀ ਹੈ ਤੇ ਇੱਥੇ ਆਪਦਾ ਮਾਲ ਸਟੋਰ ਕਰਦੀ ਹੈ। ਇਹ ਠੀਕ ਹੈ, ਖਰੀਦ ਸਕਦੀ ਹੈ ਤੇ ਸਟੋਰ ਕਰ ਸਕਦੀ ਹੈ, ਪਰ ਸਵਾਲ ਸਾਡਾ ਇੱਥੇ ਇਹ ਹੈ ਕਿ ਇੱਥੇ ਇਹਨੂੰ ਮੰਡੀ ਘੋਸ਼ਿਤ ਕਰ ਦੇਣਾ, ਮੰਡੀ ਨੋਟੀਫਾਈ ਕਰ ਦੇਣਾ ਇਸ ਜਗ੍ਹਾ ਨੂੰ, ਇਹ ਕਿਤੇ ਨਾ ਕਿਤੇ
ਉਸ ਕਾਨੂੰਨ ਨੂੰ ਲਾਗੂ ਕਰਨ ਵਾਲੀ ਗੱਲ ਹੈ ਜਿਹੜੇ ਕਾਨੂੰਨਾਂ ਦੇ ਖਿਲਾਫ ਅਸੀਂ ਲੜ ਕੇ ਆਏ ਹਾਂ। ਸਾਡੀ ਲੜਾਈ ਕੀ ਸੀ ਕਿ ਪ੍ਰਾਈਵੇਟ ਮੰਡੀ ਨਹੀਂ ਚਾਹੀਦੀ। ਸਰਕਾਰੀ ਮੰਡੀ ਜੋ ਪ੍ਰਾਈਵੇਟ ਬੰਦਾ ਮਾਲ ਖਰੀਦੇ, ਸਰਕਾਰ ਮਾਲ ਖਰੀਦੇ, ਜੋ ਖਰੀਦਣਾ ਚਾਹੁੰਦਾ ਖਰੀਦੇ। ਅਗਰ ਪ੍ਰਾਈਵੇਟ ਮੰਡੀ ਦੇ ਵਿੱਚ ਆ ਕੇ ਕੋਈ ਇਸ ਤਰ੍ਹਾਂ ਮੰਡੀ ਬਣਾ ਕੇ ਮਾਲ ਖਰੀਦੇਗਾ ਤਾਂ ਜਿਹੜੀਆਂ ਸਾਡੀਆਂ ਸਰਕਾਰੀ ਮੰਡੀਆਂ ਉਹਨਾਂ ਦੇ ਵਿੱਚ ਬਹੁਤ ਵੱਡਾ ਸਾਡੇ ਲਈ ਨੁਕਸਾਨਦਾਇਕ ਹੋਏਗਾ, ਕਿਉਂਕਿ ਮੰਡੀਆਂ ਖਤਮ ਹੋ ਜਾਣਗੀਆਂ। ਲੇਬਰ ਆ ਵਿਚਾਰੀ ਜਿਹੜੀ ਉਹਨਾਂ ਮੰਡੀਆਂ 'ਚ ਬੈਠੀ ਹੈ, ਉਹ ਲੇਬਰ ਦਾ ਕੰਮ ਨਹੀਂ ਮਿਲਣਾ, ਉਹ ਲੇਬਰ ਆਉਣੀ ਨਹੀਂ। ਉੱਥੋਂ ਦੇ ਆੜ੍ਹਤੀ ਉੱਠ ਕੇ ਚਲੇ ਜਾਣਗੇ, ਇੱਕ ਆੜ੍ਹਤੀਆ 10 ਆੜ੍ਹਤੀਆਂ ਨੂੰ ਮਾਰ ਦੂਗਾ। ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਇੱਥੇ ਆਏ ਅੱਜ, ਔਰ ਸਾਡਾ ਪ੍ਰੋਗਰਾਮ ਹੈ ਕਿ ਅਸੀਂ DC ਨੂੰ ਮੰਗ ਪੱਤਰ ਵੀ ਦੇਣਾ, ਜ਼ਿਲ੍ਹਾ ਮੰਡੀ ਅਫਸਰ ਨੂੰ ਵੀ ਦੇਣਾ, ਔਰ ਇਹਨੂੰ ਸਾਡੀ ਕੋਸ਼ਿਸ਼ ਆ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬ ਗੌਰਮੈਂਟ ਤੋਂ ਅਸੀਂ ਮੰਗ ਕਰਾਂਗੇ ਕਿ ਇਸ ਗੱਲ ਨੂੰ ਤੁਰੰਤ ਬੰਦ ਕਰਨ, ਮਾਲ ਖਰੀਦਣ ਕਿਸਾਨਾਂ ਦਾ ਮੰਡੀਆਂ ਦੇ ਵਿੱਚੋਂ, ਔਰ ਇੱਥੇ ਲੁਹਾੜਨ ਕੋਈ ਦਿੱਕਤ ਨਹੀਂ ਹੈ, ਕੋਈ ਡਿੱਕਾ ਨਹੀਂ ਸਾਨੂੰ। ਲੇਕਿਨ ਇਹਨੂੰ ਮੰਡੀ ਘੋਸ਼ਿਤ ਕਰ ਦੇਣਾ, ਮੰਡੀ ਨੋਟੀਫਾਈ ਕਰ ਦੇਣਾ, ਇਹ ਕਿਤੇ ਨਾ ਕਿਤੇ ਉਸ ਕਾਨੂੰਨ ਨੂੰ ਲਾਗੂ ਕਰਦਾ ਜਿਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਅਗਰ ਨਹੀਂ ਤਾਂ ਫਿਰ ਜੇ ਸਾਨੂੰ ਲੋੜ ਪਈ ਤਾਂ ਇਹਨੂੰ ਬੰਦ ਕਰਨਾ ਪਿਆ ਤਾਂ ਬੰਦ ਵੀ ਕਰਾਂਗੇ। ਤੇ ਬਾਈ ਜੀ, ਜਿਸ ਤਰ੍ਹਾਂ ਕਿ 2 ਸਾਲ ਪਹਿਲਾਂ ਵੀ ਸ਼ੈਲਰ ਬੰਦ ਕੀਤਾ ਗਿਆ, ਬੜਾ ਵਿਰੋਧ ਹੋਇਆ, ਬਰੂਹਾਂ ਤੇ ਵੀ ਬੈਠੇ ਆ, 700 ਦੇ ਕਰੀਬ ਜਿਹੜੀਆਂ ਕੁਰਬਾਨੀਆਂ ਵੀ ਦਿੱਤੀਆਂ, ਉਸ ਦੇ ਬਾਵਜੂਦ ਅੱਜ ਫਿਰ ਜਿਹੜਾ ਮਾਲ ਹੈ ਸ਼ੈਲਰਾਂ ਤੇ ਲਿਆਇਆ ਗਿਆ, ਉਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਸਹੀ ਹੈ? ਉਹਦੇ 'ਚ ਗੱਲ ਕੀ ਹੈ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਜਿਹੜੇ ਕੱਲ੍ਹ ਮੈਂ ਪੱਤਰਕਾਰ ਵੀਰ ਆਏ ਇੱਥੇ, ਉਹਨਾਂ ਦੀਆਂ ਮੈਂ ਇੰਟਰਵਿਊ ਸੁਣੀਆਂ ਸਾਰਿਆਂ ਦੀਆਂ। ਉਹਨਾਂ ਦੇ ਵਿੱਚੋਂ ਇੱਕ ਵੀਰ ਮੈਨੂੰ ਐਸਾ ਮਿਲਿਆ ਲੱਗਿਆ ਜਿਹਨੇ ਕਿਹਾ ਵੀ ਸਾਡਾ ਤਾਂ ਇਹਦੇ ਨਾਲ ਕੋਈ ਮਤਲਬ ਹੀ ਨਹੀਂ, ਅਸੀਂ ਤਾਂ ਨਾ ਦਿੱਲੀ ਗਏ ਆ ਤੇ ਨਾ ਸਾਨੂੰ ਦਿੱਲੀ ਵਾਲੀ ਲੜਾਈ ਦੀ ਕੋਈ ਲੋੜ ਸੀ, ਇੱਕ ਵੀਰ ਕਹਿ ਰਿਹਾ। ਲੇਕਿਨ ਬਾਕੀ ਸਾਰੇ ਵੀਰ ਕੀ ਕਹਿ ਰਹੇ ਨੇ, ਉਹ ਕਹਿੰਦੇ ਆ ਵੀ ਸਾਡੀ ਮਜਬੂਰੀ ਹੈ। ਕੋਈ ਕਹਿੰਦਾ ਜੀ ਸਾਨੂੰ ਤਾਂ ਪਤਾ ਨਹੀਂ ਸੀ, ਕਿਸੇ ਨੇ ਕੁਛ ਕਿਹਾ, ਕਈਆਂ ਨੇ ਕੈਮਰੇ ਦੇ ਮੂਹਰੇ ਹੋਣ ਤੋਂ ਹੀ ਸ਼ਰਮ ਮਹਿਸੂਸ ਕੀਤੀ ਹੈ। ਇਹ ਹੋਇਆ, ਇਹਦਾ ਮਤਲਬ ਜੇ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਉਹ ਰੜਕ ਜੀ ਹੈਗੀ ਆ, ਅਜੇ ਦਿੱਲੀ ਵਾਲੀ ਉਹ ਗਈ ਨਹੀਂ। ਔਰ ਉਹਨੂੰ ਸਿਰਫ ਸਾਡੀ ਅਸੀਂ ਘਾਟ ਮੰਨਾਂਗੇ ਕਿ ਅਗਰ ਅਸੀਂ ਉਹ ਦੀਵਾ ਜਿਹੜਾ ਜਗਾਇਆ ਸੀ ਉਹਦੇ ਵਿੱਚ ਤੇਲ ਪੈਂਦਾ ਰਹਿੰਦਾ, ਅਸੀਂ ਪ੍ਰਚਾਰ ਕਰ ਦਿੰਦੇ ਤਾਂ ਸ਼ਾਇਦ ਇਹ ਕੰਮ ਇੰਨਾ ਵੀ ਨਾ ਹੁੰਦਾ। ਲੇਕਿਨ ਇਹਦੇ 'ਚ ਅਸੀਂ ਇਹ ਸਮਝ ਲਿਆ ਕਿ 13 ਮਹੀਨਿਆਂ ਦੀ ਸਕੂਲਿੰਗ ਹੋਈ ਹੈ, ਕਿਸਾਨ ਸਾਰੇ ਅਲਰਟ ਹੋ ਗਏ ਹੋਣਗੇ, ਔਰ ਉਹ ਸਾਡਾ ਵੇਸਲਾਪਣ ਆ ਜਿਹੜਾ ਉਹਦੇ ਕਰਕੇ ਇਹ ਇੰਨਾ ਹੋਇਆ ਹੈ। ਇਦੋਂ ਵੀ ਕਹਾ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰੂੰਗਾ ਕਿ ਅਮਰੀਕਾ ਨੂੰ, ਜਦੋਂ ਅਮਰੀਕਾ ਆਪਣੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਉੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣ ਵਾਲੀਆਂ ਬਿਰਤੀਆਂ ਨੇ ਕੀ ਕੀਤਾ, ਕਿਉਂਕਿ ਠੰਡ ਦਾ ਮੌਸਮ ਸੀ, ਠੰਡਾ ਮੁਲਕ ਹੈ, ਉਹਨਾਂ ਨੂੰ ਕੰਬਲ ਮੁਹੱਈਆ ਕਰਾਏ ਜਿਹਨੂੰ ਵਾਇਰਸ ਲਾਇਆ ਗਿਆ ਕਿ ਵਾਇਰਸ ਦੇ ਨਾਲ ਲੋਕ ਬਿਮਾਰ ਹੋ ਕੇ ਮਰ ਜਾਣਗੇ। ਲੇਕਿਨ ਉਹਨਾਂ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਵਾਇਰਸ ਲਾ ਕੇ ਕੰਬਲ ਦਿੱਤਾ ਜਾ ਰਿਹਾ ਹੈ, ਉਹਨਾਂ ਨੇ ਲੋਕਾਂ ਨੇ ਠੱਠ ਕਰਕੇ ਮਰ ਜਾਣਾ ਮਨਜ਼ੂਰ ਕਰ ਲਿਆ, ਪਰ ਉਹਨਾਂ ਦਾ ਕੰਬਲ ਯੂਜ਼ ਨਹੀਂ ਕੀਤਾ। ਸੋ ਇਸ ਕਰਕੇ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਛੋਟਾ ਆਰਾਮ ਹੈ, ਇਹ ਛੋਟਾ ਸੁੱਖ ਹੈ ਜਿਹਦੇ ਪਾਸੇ ਪਿੱਛੇ ਲੱਗ ਕੇ ਤੁਸੀਂ ਇੱਕ ਵੱਡਾ ਸੁੱਖ ਆਪਦਾ ਗਵਾ ਰਹੇ ਹੋ। ਅਗਰ ਮੰਡੀਆਂ ਗਵਾਚ ਗਈਆਂ ਤੇ ਬਰਬਾਦ ਹੋ ਜਾਣਗੇ। ਇਸ ਕਰਕੇ ਕੋਈ ਸੁੱਖ ਨਹੀਂ ਹੈ। ਲੜੋ ਤਕੜੇ ਹੋ ਕੇ, ਸੜਕਾਂ 'ਤੇ ਆਈਏ। ਅਗਰ ਤੁਹਾਡੀ ਮੰਡੀ ਦੇ ਵਿੱਚ ਫਸਲ ਰੁਲਦੀ ਹੈ, ਨਹੀਂ ਖਰੀਦੀ ਜਾਂਦੀ, ਅਸੀਂ ਵੀ ਤੁਹਾਡੇ ਨਾਲ ਆ ਯਾਰ, ਬੈਠੋ ਸੜਕਾਂ 'ਤੇ ਸੜਕਾਂ ਰੋਕਾਂਗੇ ਔਰ ਤੁਹਾਡੇ ਦਾਣਾ ਦਾਣਾ ਮੁਕਾਵਾਂਗੇ। ਉਸ ਗੱਲ ਲਈ ਅਸੀਂ ਤੁਹਾਡੇ ਨਾਲ ਕਰਾਂਗੇ। CM ਸਾਹਿਬ ਭਗਵੰਤ ਮਾਨ ਜੀ ਜਿਹੜੇ ਕਿ ਕੱਲ੍ਹ ਪਰਸੋਂ ਇੱਕ ਬਿਆਨ ਆਇਆ, ਉਹਦੇ ਵਿੱਚ ਕਹਿ ਰਹੇ ਹੈ ਕਿ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ। ਗਰੰਟੀਆਂ ਦੇ ਵਿੱਚ ਕਿਸਾਨਾਂ ਦਾ ਵੀ ਮੁੱਦਾ ਚੱਕਿਆ ਗਿਆ ਸੀ, ਪਰ ਕੀ ਲੱਗਦਾ ਕਿ ਇਹ ਸਰਕਾਰ ਕਰੂਗੀ ਕੁਛ ਜਾਂ ਕਿਸ ਤਰ੍ਹਾਂ? ਦੇਖੋ ਹਜੇ ਟਾਈਮ ਥੋੜ੍ਹਾ ਹੋਇਆ। ਮੰਡੀਆਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਕੱਲ੍ਹ ਗੱਲਾਂ ਮੈਂ ਸੁਣ ਰਿਹਾ ਸੀ ਜਾਂ ਜਿਸ ਤਰ੍ਹਾਂ ਦੀ ਵਿਵਸਥਾ ਨਜ਼ਰ ਆ ਰਹੀ ਹੈ, ਅਗਰ ਉਹ ਹੈ ਤਾਂ ਮੈਂ ਸਮਝੂੰਗਾ ਕਿ ਮੰਡੀਆਂ ਦੇ ਵਿੱਚ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਪਹਿਲਾ ਹੀ ਪ੍ਰੋਗਰਾਮ ਆਇਆ ਹੈ ਲੋਕਾਂ ਦੀ ਕਣਕ ਦੀ ਫਸਲ ਚੱਕਣ ਦਾ। ਅਗਰ ਉਹਦੀ ਵਿਵਸਥਾ ਲੋਕਾਂ ਨੂੰ ਪੂਰੀ ਨਹੀਂ ਦੇ ਪਾ ਰਹੇ ਤਾਂ ਕਿਤੇ ਨਾ ਕਿਤੇ ਇਹਨਾਂ ਤੋਂ ਕਤਾਈ ਹੋ ਰਹੀ ਹੈ ਔਰ ਉਹਦੇ ਤੇ ਪੂਰੇ ਉਤਰਦੇ ਨਜ਼ਰ ਨਹੀਂ ਆ ਰਹੇ। ਕਰਜ਼ਾ ਮੁਕਤ ਕਰਨਾ ਪੰਜਾਬ ਨੂੰ ਜਾਂ ਕਿਸਾਨਾਂ ਨੂੰ ਕੋਈ ਔਖਾ ਨਹੀਂ ਗਾ। ਜਿੰਨਾ ਵੀ ਸਾਡਾ ਕੁਦਰਤੀ ਸੋਰਸਜ਼ ਨੇ, ਸਾਰੇ ਕੁਦਰਤੀ ਸੋਰਸਾਂ ਦੇ ਉੱਤੇ ਸਰਕਾਰੀ ਅਧਿਕਾਰੀਆਂ ਦੇ ਕੰਟਰੋਲ 'ਚ ਹੋਵੇ। ਆ ਜਿਹੜਾ ਪ੍ਰਾਈਵੇਟ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਨੇ, ਸ਼ਰਾਬ ਦਾ ਠੇਕਾ ਦਿੱਤਾ ਜਾਂਦਾ ਹੈ, ਟਰਾਂਸਪੋਰਟ ਮਾਫੀਆ ਬਣ ਗਿਆ, ਰੇਤ ਮਾਫੀਆ ਬਣ ਗਿਆ। ਅਗਰ ਇਹ ਸਾਰੇ ਕੁਝ 'ਤੇ ਕੰਟਰੋਲ ਕਰ ਲਿਆ ਜਾਏ ਤਾਂ ਮੈਂ ਦਾਅਵੇ ਨਾਲ ਗੱਲ ਕਰਦਾ, ਸਾਲ ਡੇਢ ਸਾਲ ਦੇ ਵਿੱਚ ਪੰਜਾਬ ਕਰਜ਼ਾ ਮੁਕਤ ਹੋ ਸਕਦਾ। ਬਾਈ ਜੀ, ਹੁਣ ਜਿਸ ਤਰ੍ਹਾਂ ਕਿ ਜਿਹੜੀ ਮੁਹਿੰਮ ਤੁਸੀਂ ਸ਼ੁਰੂ ਕੀਤੀ ਹੈ ਔਰ ਸੀਜ਼ਨ ਦਾ ਵੀ ਹੈਗਾ, ਥੋੜ੍ਹਾ ਜਿਹਾ ਟਾਈਮ ਹੈਗਾ, ਕੀ ਲੱਗਦਾ ਕਿ ਤੁਹਾਡੀ ਜਿਹੜੀ ਮੁਹਿੰਮ ਹੈ ਰੰਗ ਲਿਆਊਗੀ ਜਾਂ ਕੀ ਅਗਲਾ ਕਦਮ ਹੋਊਗਾ ਤੁਹਾਡਾ?
ਦੇਖੋ ਸਾਡੀ ਕੋਸ਼ਿਸ਼ ਇਹ ਹੈ, ਅੱਜ ਤੋਂ ਬਾਅਦ ਅਸੀਂ ਜ਼ਿਲ੍ਹਾ ਮੰਡੀ ਅਫਸਰ ਨਾਲ ਵੀ ਮੀਟਿੰਗ ਕਰਨੀ ਹੈ, ਡੀਸੀ ਨਾਲ ਵੀ ਮੀਟਿੰਗ ਕਰਨੀ ਹੈ ਕਿ ਇਹਨੂੰ ਤੁਰੰਤ ਜਿਹੜਾ ਮੰਡੀ ਘੋਸ਼ਿਤ ਕੀਤਾ ਉਹਨੂੰ ਬੰਦ ਕਰੋ। ਸਟੋਰ ਹੈ, FCI ਰੱਖਣਾ ਚਾਹੁੰਦੀ ਹੈ, ਮਾਲ ਰੱਖੇ, ਲੇਕਿਨ ਮਾਲ ਜਿੱਥੋਂ ਵਿਕਣਾ ਚਾਹੀਦਾ ਉਹ ਸਾਡੀਆਂ ਮੰਡੀਆਂ ਬਰਬਾਦ ਨਾ ਹੋਣ, ਮੰਡੀਆਂ ਬਚਣ, ਉਹ ਸਾਡੀ ਅਸੀਂ ਕੋਸ਼ਿਸ਼ ਕਰਾਂਗੇ, ਜਾਵਾਂਗੇ, ਮਿਲਾਂਗੇ। ਔਰ ਮੈਨੂੰ ਉਮੀਦ ਹੈ ਕਿ ਲੋਕਾਂ ਦੇ ਵਿੱਚ ਸਿਰਫ ਅਵੇਅਰਨੈਸ ਦੀ ਘਾਟ ਸੀ, ਸਿਰਫ ਜਾਗਰਤੀ ਦੀ ਘਾਟ ਸੀ, ਲੋਕ ਸਾਡਾ ਸਾਥ ਦੇਣਗੇ। ਕੀ ਲੱਗਦਾ ਜੀ ਆਪਣਾ ਹੁਣ ਜਿਵੇਂ ਤੁਸੀਂ ਸੰਘਰਸ਼ ਚਾਲੂ ਕੀਤਾ, ਅਗਰ ਕੋਈ ਹੱਲ ਨਹੀਂ ਨਿਕਲਦਾ ਫਿਰ ਕੀ ਅਗਲੀ ਰੂਪਰੇਖਾ ਹੁੰਦੀ ਹੈ ਤੁਹਾਡੀ? ਅਗਲੀ ਰੂਪਰੇਖਾ ਫਿਰ ਸੰਘਰਸ਼ ਫੇਰ ਹੋਏਗਾ, ਕੋਈ ਦੋ ਰਾਵਾਂ ਨਹੀਂ। ਉਹ ਕਾਨੂੰਨ ਜਿਹਦੇ ਖਿਲਾਫ ਅਸੀਂ ਲੜ ਕੇ ਆਏ ਹਾਂ ਉਹਨੂੰ ਬੈਕਡੋਰ ਤੋਂ ਕਿਤੋਂ ਲਾਗੂ ਕਰਨ ਦੀ ਕੋਈ ਕੋਸ਼ਿਸ਼ ਕਰੇ ਤਾਂ ਬਿਲਕੁਲ ਲਾਗੂ ਨਹੀਂ ਹੋਣ ਦਿਆਂਗੇ, ਚਾਹੇ ਸਾਨੂੰ ਕਿੰਨੀ ਵੀ ਕੁਰਬਾਨੀ ਦੇਣੀ ਪਵੇ ਦੇਣੀ। ਤੇ ਬਾਈ ਜੀ ਲਾਸਟ ਵਾਲੇ ਇਹ ਹੈ, ਸੂਤਰਾਂ ਦੇ ਵੱਲੋਂ ਤੋਂ ਜਿਹੜੀ ਖਬਰ ਮਿਲੀ ਹੈ ਕਿ ਕਾਲੇ ਬਿੱਲ ਫਿਰ ਵਾਪਸ ਆ ਸਕਦੇ, ਕੀ ਕਿੰਨੀ ਕੁ ਸੱਚਾਈ ਲੱਗਦੀ ਹੈ? ਉਹ ਤਾਂ ਪਿਛਲੇ ਦਿਨਾਂ ਦੇ ਵਿੱਚ ਨੀਤੀ ਆਯੋਗ ਦੇ ਅਧਿਕਾਰੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕਿ ਇਹ ਕਾਨੂੰਨ ਵਾਪਸ ਆ ਸਕਦੇ ਨੇ, ਲੇਕਿਨ ਇਹ ਕਾਨੂੰਨ ਇਹ ਮੰਨ ਲੈਣਾ ਨੀਤੀ ਆਯੋਗ ਦੇ ਅਧਿਕਾਰੀ ਦੇ ਛੇੜ ਕੇ ਵੇਹਦੇ ਆ, ਟੀਕੇ ਲਾ ਕੇ ਵੇਹਦੇ ਆ ਕਿ ਕਿਸਾਨ ਸੁੱਤੇ ਆ ਕੇ ਜਾਗਦੇ ਆ। ਅਗਰ ਇਹ ਜੀ ਕੋਈ ਗਲਤੀ ਕਰਨਗੇ ਤਾਂ ਜਿਹੜਾ ਹੁਣ ਅੰਦੋਲਨ ਉੱਠੇਗਾ ਨਾ ਉਹ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਜਨ ਅੰਦੋਲਨ ਬਣੇਗਾ। ਔਰ ਤੁਸੀਂ ਦੇਖਿਓ ਕਿ ਪੂਰੀ ਤਰ੍ਹਾਂ BJP ਦੀਆਂ ਜੜ੍ਹਾਂ ਪੱਟ ਕੇ ਰੱਖ ਦਿਓ ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ ਪਲਟਾ ਮਾਰ ਦਿਓ। ਪੰਜਾਬ ਸਰਕਾਰ ਨੂੰ ਔਰ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਦੇਖੋ ਪੰਜਾਬ ਸਰਕਾਰ ਨੂੰ ਸਾਡਾ ਇਹ ਹੈ ਕਿ ਅਜਿਹੀਆਂ ਹਰਕਤਾਂ ਕਰਨੀਆਂ ਬੰਦ ਕਰੇ ਜੋ ਸੈਲੇਜ ਦੇ ਵਿੱਚ ਇਹਨਾਂ ਨੇ ਮੰਡੀ ਘੋਸ਼ਿਤ ਕੀਤੀ ਹੈ, ਹਰਕਤਾਂ ਬੰਦ ਕਰੇ ਸਰਕਾਰ ਪਹਿਲੀ ਗੱਲ। ਦੂਸਰੀ ਜਿਹੜੀ ਸਾਡੀ ਹੈ ਉਹ ਇਹ ਹੈ ਕਿ ਕਿਸਾਨਾਂ ਨੂੰ ਸਾਡੀ ਹੱਥ ਜੋੜ ਕੇ ਅਪੀਲ ਹੈ, ਭਰਾਵੋ ਤੁਸੀਂ ਬੜਾ ਲੜਾਈ ਲੜੇ ਹੋ। ਇਹ ਆਪਾਂ ਕਹਿ ਰਹੇ ਸੀਗੇ ਕਿ ਮੰਡੀ ਦੇ ਬਰਾਬਰ ਮੰਡੀ ਨਾ ਬਣੇ। ਅਸੀਂ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਸੀਗੇ ਵੀ ਸਰਕਾਰ 3 ਕਾਨੂੰਨਾਂ ਦੇ ਉੱਤੇ ਸੋਧਾਂ ਕਰਨ ਨੂੰ ਮੰਨ ਗਈ ਹੈ, ਤੁਸੀਂ ਸੋਧਾਂ 'ਤੇ ਮੰਨ ਗਏ। ਅਸੀਂ ਸੋਧਾਂ 'ਤੇ ਇਸ ਕਰਕੇ ਨਹੀਂ ਮੰਨੇ ਸੀ ਭਰਾਵੋ ਕਿ ਕਿਤੇ ਨਾ ਕਿਤੇ ਅਗਰ ਡੱਬਾ ਰਹਿ ਗਿਆ ਤਾਂ ਮੰਡੀ ਬਣੇਗੀ। ਅੱਜ ਉਹ ਮੰਡੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ, ਤਾਂ ਤੁਸੀਂ ਬਚੋ। ਇਹ ਬੈਕ ਡੋਰ ਤੋਂ ਤੁਹਾਨੂੰ ਮਾਰਨ ਦੀਆਂ ਨੋਟਬੰਦੀਆਂ ਬਣ ਰਹੀਆਂ, ਇਸ ਲਈ ਤੁਸੀਂ ਬਚੋ। ਸਾਰੇ ਕਿਸਾਨਾਂ ਨੂੰ ਸਾਡੀ ਅਪੀਲ ਹੈ, ਕੋਈ ਵੀ ਕਿਸਾਨ ਇੱਥੇ ਅਡਾਨੀਆਂ ਅੰਬਾਨੀਆਂ ਦੀ ਸਿੱਧੀ ਫਸਲ ਨਾ ਵੇਚੇ, ਆਪਦੀ ਫਸਲ ਮੰਡੀ ਦੇ ਵਿੱਚ ਲੈ ਕੇ ਚੱਲੋ। ਮੰਡੀ 'ਚੋਂ ਜਿਹੜਾ ਮਰਜ਼ੀ ਖਰੀਦੇ, ਅਡਾਨੀ ਖਰੀਦਣ, ਅੰਬਾਨੀ ਖਰੀਦਣ, ਕੋਈ ਹੋਰ ਚੀਜ਼ਾਂ ਖਰੀਦੇ, ਸਾਨੂੰ ਕੀ ਦਿੱਕਤ ਹੈ, ਲੇਕਿਨ ਇੱਥੇ ਮੰਡੀ ਸਿੱਧੀ ਇਹਨਾਂ ਦੀ ਇਸ ਮੰਡੀ 'ਚ ਲਿਆਉਣਾ, ਆਪਣੀ ਆਪ ਦੀ ਸਰਕਾਰੀ ਮੰਡੀ ਨੂੰ ਸਮਝ ਲਓ ਖੁਦ ਆਪਣੇ ਪੈਰ ਤੁਹਾਡਾ ਆਪ ਮਾਰਦਾ ਨਹੀਂ। ਅਤੇ ਇਸ ਮੁੱਦੇ ਤੇ ਬਾਕੀ ਕਿਸਾਨ ਆਗੂਆਂ ਦਾ ਵੀ ਕੀ ਕਹਿਣਾ ਹੈ, ਆਓ ਜਾਣਦੇ ਹਾਂ। ਬੀਤੇ ਦਿਨੀ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਮਜਬੂਰ ਹਾਂ, ਸਾਡੇ ਕੋਲ ਚਾਰਾ ਹੈ ਨਹੀਂ ਮੰਡੀਆਂ ਦੇ ਵਿੱਚ, ਜਿਹੜੀ ਸਾਨੂੰ ਖੱਜਲ ਖੁਆਰੀ ਹੁੰਦੀ ਹੈ, ਕਣਕ ਚੋਰੀ ਹੁੰਦੀ ਹੈ ਤੇ ਸਾਨੂੰ ਇੱਥੇ ਫਾਇਦਾ ਆ। ਕੀ ਲੱਗਦਾ ਕਿ ਜਿਹੜੀਆਂ 700 ਕੁਰਬਾਨੀਆਂ ਦਿੱਤੀਆਂ ਉਹ ਭੁੱਲ ਗਏ ਆ ਜਾਂ ਕੀ ਉਹਨਾਂ ਦੀ ਮਜਬੂਰੀ ਹੈ? ਤੁਹਾਡਾ ਕੀ ਕਹਿਣਾ ਇਸ ਬਾਰੇ? ਬਿਲਕੁਲ ਉਹਨਾਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਸਾਡੇ ਕਿਸਾਨ। ਜੇ ਗੱਲ ਕਹਿਣ ਵੀ ਇੱਥੇ ਕਣਕ ਚੋਰੀ ਹੋ ਜਾਂਦੀ ਹੈ, ਮੰਡੀਆਂ 'ਚ ਬਹਿਣਾ ਔਖਾ ਹੁੰਦਾ ਤਾਂ ਕੇਵਲ ਭਰਾਵੋ ਆ ਡਗਰੂ ਦੇ ਵਾਦਾਲੇ ਤੁਸੀਂ 20 ਪਿੰਡਾਂ ਦੇ ਕਿਸਾਨ ਕਣਕ ਕਿੱਥੇ ਲਿਆਉਂਦੇ ਹੋਵੋਗੇ? ਅਸੀਂ ਬਠਿੰਡਾ ਤੋਂ ਆ, ਫਰੀਦਕੋਟ ਤੋਂ, ਫਿਰੋਜ਼ਪੁਰ ਤੋਂ ਖੜੇ ਆ ਕਿਸਾਨ, ਸਾਡੀ ਤਾਂ ਮੰਡੀਆਂ 'ਚ ਹੀ ਵਿਕ ਰਹੀ ਹੈ, ਸਾਡੀ ਤਾਂ ਕੋਈ ਚੋਰੀ ਨਹੀਂ ਹੁੰਦੀ, ਸਾਨੂੰ ਤਾਂ ਕੋਈ ਮੱਛਰ ਖਾਂਦਾ ਨਹੀਂ। 6 ਮਹੀਨੇ ਪਾਲੀ ਹੈ ਤਾਂ ਉਹ 4 ਦਿਨ ਮੰਡੀ 'ਚ ਪੈ ਜਾਾਂਗੇ, ਪੈਂਦੇ ਹੀ ਆਏ ਆ, ਕੋਈ ਐਡੀ ਗੱਲ ਨਹੀਂ। ਪਰ ਜਿਹੜੀ ਆਹ ਗੱਲ ਕਰ ਰਹੇ ਆ ਸਾਡੇ ਅਣਜਾਣ ਕਿਸਾਨ, ਇੱਥੇ ਆ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੜਾਈ ਆਪਾਂ ਸਾਲ ਲੜੀ ਹੈ। 750 ਕਿਸਾਨ ਨੇ ਜਾਨਾਂ ਗਈਆਂ, ਉਹਨਾਂ ਦੇ ਸਿਵੇ ਨਹੀਂ ਠੰਡੇ ਹੋਏ ਹਲੇ, ਉਹਨਾਂ ਦੇ ਪਰਿਵਾਰਾਂ ਦੀਆਂ ਅੱਖਾਂ ਰਿਸ ਕਰਦੀਆਂ ਹਲੇ। ਇਹ ਸਮਝਣਾ ਚਾਹੀਦਾ ਸਾਡੇ ਇਹਨਾਂ ਕਿਸਾਨਾਂ ਨੂੰ। ਜਿਹੜੀਆਂ ਅੰਡਾਨੀਆਂ ਦੇ ਬਾਰੇ ਲੰਬੀਆਂ ਲਾਈਨਾਂ ਲੱਗੀਆਂ, ਇਹ ਕੀ ਸਾਬਤ ਕਰਦੀਆਂ, ਕੀ ਲੱਗਦਾ? ਇਹ ਤਾਂ ਇਹੀ ਸਾਬਤ ਕਰਦੀਆਂ ਵੀ ਜਿਹੜਾ ਅਸੀਂ ਆਪਦਾ ਸਰਕਾਰੀ ਸਿਸਟਮ ਹੈ, ਮੰਡੀ ਸਿਸਟਮ ਹੈ, ਉਹਦੇ ਤੋਂ ਅੱਕ ਥੱਕ ਕੇ ਤੇ ਅਸੀਂ ਪ੍ਰਾਈਵੇਟ ਵੱਲ ਬੜਾਵਾ ਦੇ ਰਹੇ ਹਾਂ ਤੇ ਆਪਦੀ ਆਉਣ ਵਾਲੀ ਜਨਰੇਸ਼ਨ ਨਸਲ ਤੇ ਫਸਲ ਉਹਨੂੰ ਖਤਮ ਕਰਨ ਵੱਲ ਤੁਰੇ ਹੋਏ ਹਾਂ। ਕੀ ਲੱਗਦਾ ਕਿ ਇਹ ਜਿਹੜਾ ਤੁਸੀਂ ਸੰਘਰਸ਼ ਸ਼ੁਰੂ ਕੀਤਾ ਇਹਦਾ ਕੋਈ ਨਿਕਲੂਗਾ ਰਿਜ਼ਲਟ? ਬਿਲਕੁਲ ਸੰਘਰਸ਼ਾਂ ਦੇ ਵਿੱਚੋਂ ਹੀ ਰਿਜ਼ਲਟ ਨਿਕਲਦਾ ਹੈ। ਆਪਾਂ 3 ਕਾਨੂੰਨ, ਕਾਲੇ ਕਾਨੂੰਨ, ਜਿਹਨੂੰ ਮੋਦੀ ਕਹੇ ਤਾਂ ਮੁਮਕਿਨ ਹੈ, ਮੋਦੀ ਝੁਕਣੇ ਵਾਲਾ ਨਹੀਂ ਹੈ, ਬੜਾ ਕੁਝ ਸੁਣਿਆ ਸੀ। ਆਪਾਂ ਉਹਨਾਂ ਲੋਕਾਂ ਨੂੰ ਝੁਕਾ ਮੋਦੀ ਸਾਹਿਬ ਦਾ ਪਿਛਲੇ ਦਿਨੀ ਬਿਆਨ ਆਇਆ ਕਿ ਉਹ ਕਹਿੰਦੇ ਕਿ ਅਸੀਂ ਜਿਹੜਾ ਕਿਸਾਨਾਂ ਨੂੰ ਪੈਸਾ ਜਿਹੜਾ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਉਹਨਾਂ ਦਾ ਫਾਇਦਾ ਹੋਇਆ, ਤਾਂ ਪਰ ਉਹ ਤਾਂ ਇਸ ਚੀਜ਼ ਨੂੰ ਕਹਿੰਦੇ ਨਹੀਂ ਕਿ ਸਾਡੇ ਕੋਲੋਂ ਗਲਤੀ ਹੋਈ ਹੈ। ਪੈਸਾ ਸਿੱਧਾ ਲੈਣਾ ਕਿਸਾਨ ਦੀ ਮੰਗ ਸੀ, ਕਿਸਾਨ ਦੀ ਮੰਗ ਹੈ ਸਰਕਾਰੀ ਸਿਸਟਮ ਜਿਉਂਦਾ ਤਿਉਂ ਰਹੇ। ਜਿਸ ਤਰ੍ਹਾਂ ਚੱਲ ਰਿਹਾ ਹੈ ਪੰਜਾਬ ਤੇ ਹਰਿਆਣੇ ਦੇ ਵਿੱਚ ਜੋ ਫਸਲਾਂ ਦੀ ਖਰੀਦ ਵਾਸਤੇ ਸਿਸਟਮ ਹੈ, ਪੂਰੀ ਦੁਨੀਆ ਤੇ ਹੈ ਨਹੀਂ ਐਡਾ ਤਕੜਾ ਸਿਸਟਮ। ਇਹ ਇੱਕ ਸਰਕਾਰ ਜਿਹੜਾ ਇਹ ਲੋਲੀਪੌਪ ਦੇ ਰਹੀ ਹੈ, ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਹਾਲਾਂਕਿ ਪ੍ਰਾਈਵੇਟ ਮੰਡੀ ਦੇ ਵਿੱਚ ਕਣਕ ਵੇਚਣ ਆਏ ਕਿਸਾਨਾਂ ਵੱਲੋਂ ਵਿਰੋਧ ਕਰਨ ਆਈਆਂ ਕਿਸਾਨ ਜਥੇਬੰਦੀਆਂ ਦੇ ਫੈਸਲੇ ਦਾ
ਵਿਰੋਧ ਕੀਤਾ ਜਾ ਰਿਹਾ ਅਤੇ ਕਿਹਾ ਜਾ ਰਿਹਾ ਹੈ ਕਿ ਅਗਰ ਕਿਸਾਨ ਯੂਨੀਅਨਾਂ ਨੂੰ ਸਾਡੇ ਇਸ ਕਦਮ ਦੇ ਨਾਲ ਇੰਨਾ ਇਤਰਾਜ਼ ਸੀ ਤਾਂ ਉਹ ਪਹਿਲਾਂ ਸਰਕਾਰੀ ਮੰਡੀਆਂ ਦੇ ਵਿੱਚ ਜਾ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਫਿਰ ਉਸ ਤੋਂ ਬਾਅਦ ਆ ਕੇ ਇੱਥੇ ਗੱਲ ਕਰਨ। ਕੀ ਲੱਗਦਾ ਹੈ ਸਾਰੀ ਮਿਲੀ ਭੁਗਤਾ ਜਾਂ ਸਭ ਮਿਲੀ ਭੁਗਤਾ ਜੀ, ਉੱਤੋਂ ਲੈ ਕੇ ਥੱਲੇ ਤੱਕ, ਸਣੇ ਸੈਂਟਰ ਗਵਰਨਮੈਂਟ ਦੀ, ਸਣੇ ਪੰਜਾਬ ਗਵਰਨਮੈਂਟ ਦੀ, ਕੋਈ ਨਹੀਂ ਕਸਰ ਛੱਡਦਾ, ਭਾਵੇਂ ਕਿਸੇ ਦੀ ਸਰਕਾਰ ਹੋਵੇ। ਕੀ ਲੱਗਦਾ ਆਉਣ ਵਾਲੇ ਸਮੇਂ 'ਚ ਫਿਰ ਅੱਗੋਂ ਨੂੰ ਇਕੱਠਾ ਹੋਣਾ ਪਏਗਾ, ਫਿਰ ਸੰਘਰਸ਼ ਵਿੱਢਣਾ ਪਏਗਾ? ਬਿਲਕੁਲ। ਆਹ ਤਾਂ ਤੁਸੀਂ ਆਹ ਤਾਂ ਹੁਣ ਕਣਕ ਵੇਖਦੀ ਆ ਨਾ, ਤੇ ਆ ਜਿਹੜੇ ਸਾਡੇ ਹੁਣ ਬੱਚੀ ਜਾਂਦੇ 1 ਸਾਲ ਹੋ ਗਏ ਤੇ ਆਉਂਦੇ ਹੁਣ 22 ਚੱਲਦਾ ਤੇ 24 ਨੂੰ 500 ਨੂੰ ਕਣਕ ਇਹਨਾਂ ਦੀ ਖਰੀਦਣੀ। ਆ ਬਿਹਾਰ ਜਾ ਕੇ ਵੇਖ ਲਓ, ਯੂਪੀ ਜਾ ਕੇ ਵੇਖ ਲਓ, ਦੂਜਾ ਸੂਬਿਆਂ 'ਚ ਵੇਖ ਲਓ, ਹਰਿਆਣਾ ਦੇ ਪੰਜਾਬ ਵੀ ਜਿੱਥੇ ਆਪਾਂ ਨੂੰ ਕਣਕ ਦੇ ਝੋਨੇ ਤੇ ਆਪਣੀ ਮਿਲ ਰਹੀ ਆ, ਬਾਕੀ ਵਿਚਾਰੇ ਐਵੇਂ ਫਿਰਦੇ ਸਾਰੇ। ਕੀ ਅਪੀਲ ਕਰਨਾ ਚਾਹੋਗੇ? ਹਾਂਜੀ, ਮੈਂ ਤਾਂ ਅਪੀਲ ਇਹ ਕਰਦਾ ਕਿ ਮੰਡੀ 'ਚ ਵੇਚੋ, ਪ੍ਰਾਈਵੇਟ ਕਣਕ ਨਾ ਵੇਚੋ। ਸਾਡੀ ਮਾਰਕੀਟ ਕਮੇਟੀ ਫੇਲ ਹੋ ਜੂਗੀ, ਸਾਰਾ ਕੁਝ ਹੀ ਫੇਲ ਹੋ ਜੂਗਾ ਜੇ ਮਾਰਕੀਟ ਕਮੇਟੀ ਗਈ ਤੇ ਮੰਡੀ ਵੀ ਗਈ। ਪਰ ਸਰਕਾਰ ਕਹਿੰਦੀ ਹੈ ਕਿ ਕਣਕ ਤੇ ਜਿੱਥੇ ਮਰਜ਼ੀ ਵੇਚੋ, ਫਿਰ ਆਪਾਂ ਨੂੰ ਮਜਬੂਰੀ। ਸਾਡੀ ਮੰਡੀ 'ਚ ਭਾਅ ਦਾ ਦੇਣ ਖਾ, ਸਾਨੂੰ ਮੰਡੀ 200 ਵੱਧ ਦੇ ਦੇਣਾ, ਉੱਥੋਂ ਚੁੱਕ ਲਿਆਉਣ, ਨਾਲੋਂ ਸਾਡੀ ਕਮੇਟੀ ਨੂੰ ਫਾਇਦਾ ਹੋਵੇ, ਨਾਲੋਂ ਕਿਸਾਨ ਨੂੰ ਫਾਇਦਾ ਹੋਵੇ, ਨਾਲੋਂ ਲੇਬਰ ਨੂੰ ਫਾਇਦਾ ਹੋਵੇ। ਆ ਜਿਹੜੀਆਂ ਮੰਡੀਆਂ ਖਾਲੀ ਪਈਆਂ ਉੱਥੇ ਤਾਂ ਲੇਬਰ ਨੂੰ ਗੱਟੂ ਨਹੀਂ ਮਿਲਣਾ। ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ? ਸਾਨੂੰ ਮੁਸ਼ਕਲਾਂ ਦਾ ਇਹ ਸਾਹਮਣਾ ਕਰਨਾ ਪਿਆ, ਜੇ ਉੱਥੇ ਤਾਂ ਤਕਰੀਬਨ ਕੋਈ ਔਖਾ ਤਾਂ ਹੈ ਨਹੀਂਗਾ ਜੀ ਮੰਡੀ ਦੇ ਵਿੱਚ, ਪਰ ਔਖਾ ਹੁਣ ਆਏ ਆ ਵੀ ਇੱਥੇ ਤਾਂ ਵਧੀਆ ਜੀ ਇੱਕ ਸਾਰ ਸਾਡੀ ਕਣਕ ਲੈ ਜਾਂਦੀ ਹੈ। ਆਗੂਆਂ ਦਾ ਇਹ ਵੀ ਕਹਿਣਾ ਕਿ 20 ਰੁਪਏ ਦਾ ਡੀਜ਼ਲ ਬਚਾਉਣ ਦੀ ਖਾਤਰ ਤੁਸੀਂ ਜਿਹੜਾ ਕਣਕ ਇੱਥੇ ਸੱਟ ਰਹੇ ਹੋ, ਜਦ ਕਿ ਟਾਈਮ ਹੋਣਾ ਹੀ ਲੱਗਦਾ। ਹੁਣ ਤਾਂ ਆੜਤੀਏ ਵੀ ਕਹਿੰਦੇ ਨਾਲ ਦੀ ਨਾਲ ਕਣਕ ਚੱਕੀ ਜਾਂਦੇ ਆ, ਫਿਰ ਇੱਥੇ ਸਿੱਟਣ ਦੀ ਨੌਬਤ ਕਿਉਂ ਆਈ ਆ? ਸਾਨੂੰ ਨੌਬਤ ਤਾਂ ਕੋਈ ਨਹੀਂ ਜੀ, ਸਾਨੂੰ ਤਾਂ ਇਹ ਸੌਖਾ ਵੀ ਇੱਥੇ ਸਾਰੀ ਬਣੀ ਤਣੀ ਟਰਾਲੀ ਲੈ ਜਾਂਦੀ ਹੈ ਜੀ। ਉੱਥੇ ਸਾਨੂੰ ਪਹਿਲਾਂ ਥੱਲੇ ਲਾਓ, ਫਿਰ ਪੱਖਾ ਲਵਾਓ, ਇਸੇ ਕਰਕੇ ਜਿਹੜਾ ਜ਼ਿਮੀਂਦਾਰ ਥੋੜ੍ਹਾ ਉੱਥੇ ਘੱਟ ਜਾਂਦਾ ਮੰਡੀ। ਕੀ ਲੱਗਦਾ ਉਹਨਾਂ ਦਾ ਜਿਹੜਾ ਸੰਘਰਸ਼ ਹੈ ਜਾਂ ਜਿਹੜੇ ਕਿਸਾਨਾਂ ਨੂੰ ਰੋਕ ਰਹੇ ਆ ਜਾਇਜ਼ ਆ? ਕਿਉਂਕਿ ਤੁਹਾਨੂੰ ਲੱਗਦਾ ਨਹੀਂ ਕਿਸਾਨਾਂ ਨੂੰ ਇਸ ਬਾਬਤ ਪਰੇਸ਼ਾਨੀ ਆ ਰਹੀ ਹੈ? ਕਹਿਣ ਦਾ ਭਾਵ ਇਹ ਹੈ ਵੀ ਜਿਹੜੇ ਕਿਸਾਨ ਆਗੂਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ, ਉਸ ਨੂੰ ਲੈ ਕੇ ਕਿਸਾਨਾਂ ਨੂੰ ਪਰੇਸ਼ਾਨੀ ਆ ਰਹੀ ਆ ਵੀ ਕਣਕ ਦੀਆਂ ਟਰਾਲੀਆਂ ਖੜੀਆਂ ਤਾਂ ਹੁਣ ਰੋਕਤੀਆਂ, ਕੀ ਪਤਾ ਕਿੰਨਾ ਟਾਈਮ ਲੱਗਦਾ, ਉਸ ਨੂੰ ਲੈ ਕੇ ਤੁਹਾਨੂੰ ਨਹੀਂ ਲੱਗਦਾ ਕਿ ਦਿੱਕਤ ਆਊਗੀ? ਦਿੱਕਤ ਆਊਗੀ ਜੀ, ਇਸ ਕਾਰਨ ਅਸੀਂ ਸਾਡਾ ਤਾਂ ਕਹਿਣ ਦਾ ਭਾਵ ਇਹ ਜੀ, ਜਦੋਂ 10 ਤਰੀਕ ਨੂੰ ਅਦਾਨੀ ਚੱਲੀ ਸੀ ਉਦੋਂ ਆਪਾਂ ਧਰਨਾ ਲਾ ਲੈਂਦੇ, ਸਾਰੇ ਤੁਹਾਡੇ ਨਾਲ ਸੀ, ਸਹਿਮਤ ਸੀ, ਆਪਾਂ ਨਾ ਲਿਆਉਂਦੇ। ਹੁਣ ਵੇਖੋ ਜੀ ਕਿੰਨੀ ਕਣਕ ਅੱਗੇ ਲੈ ਚੁੱਕੀ ਆ, ਤੇ ਜੇ ਹੁਣ ਆਪਾਂ ਵਿਚਾਲੇ ਸਾਂਝੀ ਰੋਕਦੇ ਹਾਂ ਕੰਮ ਜੀ, ਇਹਦੇ ਕਾਰਨ ਔਖਾ ਜੀ। ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਮੁਸ਼ਕਲਾਂ ਸਾਨੂੰ ਮੰਡੀ ਦੇ ਵਿੱਚ ਪਿਛਲੀ ਵਾਰ ਅਸੀਂ ਕਿਸਾਨ ਯੂਨੀਅਨ ਦੇ ਮਗਰ ਲੱਗ ਕੇ ਮੰਡੀ ਦੇ ਵਿੱਚ ਕਣਕ ਲੈ ਕੇ ਗਏ ਆ, 8 ਦਿਨ ਬਾਰਦਾਨਾ ਨਹੀਂ ਮਿਲਿਆ। ਨਿੱਤ ਜਿੱਥੇ ਸਾਡੀ ਘੱਟੋ ਘੱਟ 2000 ਬੋਰੀ ਭਰਨੀ ਆ, ਨਿੱਤ 100 ਭਰਤੀ, 50 ਭਰਤੀਆਂ, 70 ਭਰਤੀਆਂ, 80 ਭਰਤੀਆਂ, 9 ਦਿਨ ਬਾਅਦ ਅਸੀਂ ਕੱਟ ਕੇ ਆਏ ਆ ਰਾਤਾਂ, ਫੇਰ ਸਾਡੀ ਕਣਕ ਭਰੀ ਆ। ਕਿੱਥੇ ਅਸੀਂ 2 ਘੰਟੇ ਖੜ ਲਾਂਗੇ, 3 ਖੜ ਲਾਂਗੇ, ਜਿਹੜੀ ਟਰਾਲੀ ਆ ਸਾਡੀ ਅੰਦਰ ਜਾਵੜੀ ਸਾਡੀ ਵਿਕ ਜਾਣੀ ਆ। ਸਾਨੂੰ ਉੱਥੇ ਬੰਦਾ ਨਹੀਂ ਛੱਡਣ ਦੀ ਲੋੜ ਪੈਣੀ, ਕੋਈ ਸਾਡਾ ਇੱਕ ਦਾਣਾ ਨਹੀਂ ਖਰਾਬ ਹੁੰਦਾ। ਇੱਕ ਟਰਾਲੀ ਦਾ ਮੰਡੀ 'ਚ ਤੁਸੀਂ ਪ੍ਰੋਪਰ ਛਾਣ ਲਵਾ ਕੇ ਵੇਖ ਲਓ, 1.5 ਤੋਂ 2 ਕੁਆਂਟਲ ਜਿਹੜਾ ਉਹ ਚਲਿਆ ਜਾਣਾ ਵੇਸਟ, ਸਾਡਾ 3000 ਰੁਪਏ ਦਾ ਉੱਥੇ ਹੀ ਪ੍ਰੋਪਰ ਨੁਕਸਾਨ ਹੋ ਜਾਣਾ। ਕੀ ਲੱਗਦਾ ਫਿਰ ਹੁਣ ਜਿਸ ਤਰ੍ਹਾਂ ਹੁਣ ਗਾਂ ਸਮਾਂ ਥੋੜ੍ਹਾ ਆ ਔਰ ਜਿਸ ਹਿਸਾਬ ਨਾਲ ਇੱਥੇ ਤੁਹਾਨੂੰ ਫਾਇਦਾ ਮਿਲ ਰਿਹਾ, ਤਾਂ ਜਿਹੜੀ ਲੜਾਈ ਲੜੀ ਉਹ ਸਹੀ ਹੈ ਕਿ ਕਿਵੇਂ ਹੈ? ਲੜਾਈ ਸਹੀ ਸੀ, ਲੜਾਈ ਕੋਈ ਨਹੀਂ, ਲੜਾਈ ਜਿਹੜੀ ਕਿਸਾਨਾਂ ਦੇ ਵਜੂਦ ਦੀ ਸੀ, ਪਰ ਹੁਣ ਆਹ ਰੋਕਣ ਦਾ ਇਹ ਸਮਾਂ ਨਹੀਂਗਾ, ਇਹ ਸਮਾਂ ਨਹੀਂ। ਬਸ ਮੀਡੀਆ ਨੂੰ ਵੀ ਇਸ 'ਤੇ ਵਿਚਾਰ ਕਰਨਾ ਚਾਹੀਦਾ ਵੀ ਬਾਹਲੀ ਇਹਨੂੰ ਤੂਲ ਨਹੀਂ ਦੇਣੀ ਚਾਹੀਦੀ ਵੀ ਕਿਸਾਨ ਜਿਹੜਾ ਮਜ਼ਦੂਰ ਆ ਮੰਡੀਆਂ 'ਚ ਭੁੱਖਾ ਮਰਦਾ ਮਜ਼ਦੂਰ ਆ, ਜੇ ਮਜ਼ਦੂਰ ਤਾਂ ਸਾਨੂੰ ਪਿੰਡ ਦੇ ਵਿੱਚ 2 ਦਿਹਾੜੀਆਂ ਨਹੀਂ ਮਿਲ ਰਹੇ ਵੀ ਅਸੀਂ ਕੋਈ ਆਪਦਾ ਪ੍ਰੋਪਰ ਕੰਮ ਕਰਾਉਣਾ, ਸਾਨੂੰ ਬੰਦਾ ਨਹੀਂ ਮਿਲ ਰਿਹਾ, ਤੇ ਮਜ਼ਦੂਰ ਵਿਹਲਾ ਕਿੱਥੇ ਆ? ਸਾਨੂੰ ਦੱਸ ਦੇਣ ਵੀ ਵਿਹਲਾ ਕਿੱਥੇ। ਆੜਤੀਏ ਨੇ, ਕਿਸੇ ਆੜਤੀਏ ਕੋਲੇ ਤੁਸੀਂ ਜਾ ਕੇ ਪੁੱਛ ਲਓ ਮੰਡੀ ਦੇ ਵਿੱਚ, ਕਿਸੇ ਕੋਲੇ ਪ੍ਰੋਪਰ ਜਿਹੜੀ ਲੇਬਰ ਦਾ ਪ੍ਰਬੰਧ ਹੈ ਨਹੀਂ ਗਾ। ਕੀ ਅਪੀਲ ਕਰਨਾ ਚਾਹੋਗੇ? ਅਸੀਂ ਤਾਂ ਇਹ ਅਪੀਲ ਕਰਨਾ ਚਾਹਾਂਗੇ ਵੀ ਕਿਸਾਨ ਯੂਨੀਅਨ ਨੂੰ ਤੁਸੀਂ ਜੇ ਮਿੱਥਣਾ ਸੀਗਾ ਰੋਕ ਲੈਂਦੇ, ਚਲੋ ਅਸੀਂ ਇਹਨਾਂ ਨਾਲ ਸਹਿਮਤ ਹੋ ਜਾਵਾਂਗੇ ਕਿਸੇ ਹੱਦ ਤੱਕ ਰੋਕ ਲੈਣ ਇਹ, ਪਰ ਇੱਥੇ ਕੋਈ ਵੀ ਜਾਂ ਕਿਸੇ ਟਰੱਕ ਰਾਹੀਂ ਬੋਰੀ ਜਾਂ ਕੋਈ ਹੋਰ ਚੋਰ ਮੋਰੀ ਨਹੀਂ ਇੱਥੇ ਹੋਣੀ ਚਾਹੀਦੀ। ਤੁਸੀਂ ਸਾਡੇ ਨਾਲ ਪ੍ਰੋਪਰ ਸਾਡੇ ਤੋਂ ਸਮਾਂ ਲਓ, ਕਿਸਾਨਾਂ ਤੋਂ ਸਾਨੂੰ 2-3 ਦਿਨਾਂ ਦੇ ਵਿੱਚ ਦੀ ਅਰੇਂਜਮੈਂਟ ਕਰਾ ਕੇ ਦਿਓ ਮੰਡੀ ਦਾ, ਸਾਡਾ ਕਿਸਾਨ ਖੱਜਲ ਨਾ ਹੋਵੇ, ਅਸੀਂ ਇਹਨਾਂ ਨਾਲ ਸਹਿਮਤ ਹਾਂ। ਦੱਸ ਦਈਏ ਕਿ ਕਿਸਾਨਾਂ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਉਹਨਾਂ ਦੀ ਫਸਲ ਦਾ ਬਹੁਤ ਵਧੀਆ ਰੇਟ ਮਿਲ ਰਿਹਾ, ਜਿਸ ਕਾਰਨ ਉਹ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਆਪਣੀ ਫਸਲ ਵੇਚ ਰਹੇ ਨੇ। ਨਾਲ ਹੀ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਪ੍ਰਾਈਵੇਟ ਮੰਡੀਆਂ ਦੇ ਵਿੱਚ ਵੇਚੀਆਂ ਜਾਣ ਲੱਗੀਆਂ ਤਾਂ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਲਾਗੂ ਕਰਨ ਦੀ ਲੋੜ ਹੀ ਨਹੀਂ ਪਵੇਗੀ। ਬਿਨਾਂ ਖੇਤੀ ਕਾਨੂੰਨ ਲਾਗੂ ਕੀਤੇ ਮੋਦੀ ਸਰਕਾਰ ਦਾ ਜੋ ਮਕਸਦ ਸੀ ਉਹ
ਪੂਰਾ ਹੋ ਜਾਵੇਗਾ। D5 ਚੈਨਲ ਪੰਜਾਬੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਕਪੋ ਦੀ ਰਿਪੋਰਟ। ਹੋਵੇਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਜਲਦ ਆ ਰਿਹਾ ਹੈ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸਿਰਫ D5 ਚੈਨਲ ਪੰਜਾਬੀ ਤੇ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ